ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਇਹ ਪ੍ਰਾਪਤ ਹੋਈ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਗੁਰਦਾਸਪੁਰ ਦੇ ਵਿੱਚ ਜਦੋਂ ਤੱਕ ਇਹ ਪ੍ਰੋਗਰਾਮ ਦਰਸ਼ਕਾਂ ਦੇ ਸਨਮੁਖ ਹੋ ਰਿਹਾ ਹੋਣਾ ਉਦੋਂ ਤੱਕ ਸੰਬੋਧਨ ਕਰਨ ਦੇ ਲਈ ਪਹੁੰਚ ਜਾਣਗੇ। ਭਾਰਤ ਦੇ ਪ੍ਰਧਾਨ ਮੰਤਰੀ ਦੀ 3 ਤਰੀਕ ਦੀ ਗੁਰਦਾਸਪੁਰ ਦੇ ਵਿੱਚ ਰੱਖੀ ਹੋਈ ਰੈਲੀ ਦੇ ਕਈ ਰਾਜਨੀਤਿਕ ਮਾਇਨੇ ਕੱਢੇ ਜਾ ਰਹੇ ਆ। ਲੋਕਾਂ ਦੇ ਵੱਡੇ ਹਿੱਸੇ ਦਾ, ਖਾਸ ਕਰਕੇ ਰਾਜਨੀਤਿਕ ਮਾਹਰਾਂ ਦਾ ਇਹ ਕਹਿਣਾ ਵੀ ਹੁਣ ਜਦੋਂ ਕਰਤਾਰਪੁਰ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਿਆ। ਇੱਕ ਤਾਂ ਗੁਰਦਾਸਪੁਰ ਨੂੰ ਚੁਣਨ ਦਾ ਕਾਰਨ ਇਹ ਹੈ ਕਿ ਮੋਦੀ ਸਰਕਾਰ ਆ ਜਿਹੜੀ, ਖਾਸ ਕਰਕੇ ਨਿੱਜੀ ਤੌਰ ਦੇ ਉੱਤੇ ਮੋਦੀ ਸਾਹਿਬ ਨੇ ਜਿਹੜੇ ਉਹ ਇਸ ਲਾਂਘੇ ਦਾ ਸਿਹਰਾ ਲੈਣਾ ਚਾਹੁੰਦੇ ਆ। ਦੂਜਾ ਕਾਰਨ ਇਹ ਮੰਨਿਆ ਜਾ ਰਿਹਾ ਕਿ ਸੱਜਣ ਕੁਮਾਰ ਨੂੰ ਪਿਛਲੇ ਦਿਨੀ ਮਾਣਯੋਗ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ। ਹੁਣ ਇਸ ਵਕਤ ਸੱਜਣ ਕੁਮਾਰ ਮੰਡੋਲੀ ਜੇਲ੍ਹ ਦੇ ਵਿੱਚ ਹੈ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਮੋਦੀ ਸਰਕਾਰ ਵਾਰ-ਵਾਰ ਇਹ ਗੱਲ ਕਹਿ ਰਹੀ ਹੈ ਕਿ ਜਦੋਂ ਤੋਂ ਅਸੀਂ ਸੱਤਾ ਦੇ ਵਿੱਚ ਆਏ ਹਾਂ 1984 ਕਤਲੇਆਮ ਪੀੜਤਾਂ ਨੂੰ ਉਦੋਂ ਤੋਂ ਇਨਸਾਫ ਮਿਲਣ ਲੱਗਾ ਹੈ। ਇਸ ਕਰਕੇ ਇੱਕ ਸਿਹਰਾ ਸ਼ਾਇਦ ਉਹ ਇਹ ਵੀ ਲੈਣ ਦੀ ਕੋਸ਼ਿਸ਼ ਕਰਨ। ਤੇ ਵੱਡੀ ਗੱਲ ਇਹ ਹੈ ਕਿ ਮੋਦੀ ਸਰਕਾਰ ਆ ਜਿਹੜੀ, ਸਮੁੱਚੀ ਭਾਜਪਾ ਜਿਹੜੀ, ਉਹ ਪੰਜਾਬ ਦੇ ਵਿੱਚ ਉਦਘਾਟਨ ਕਰਨਾ ਚਾਹੁੰਦੀ ਹੈ ਗੁਰਦਾਸਪੁਰ ਖੇਤਰ ਤੋਂ ਲੋਕ ਸਭਾ ਦੀਆਂ ਚੋਣਾਂ ਦਾ ਬਿਗਲ ਵਜਾਉਣ ਦੀ ਇੱਛਕ ਹੈ। ਪਰ ਅੱਜ ਸੁਨੀਲ ਜਾਖੜ ਹੋਰਾਂ ਨੇ ਸਿੱਧੇ ਤੇ ਤਿੱਖੇ ਸਵਾਲ ਕੀਤੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੋਦੀ ਸਾਹਿਬ ਪੰਜਾਬ ਦੇ ਵਿੱਚ ਅਖਾੜਾ ਲਾਉਣ ਵਾਸਤੇ ਨਾ ਆਉਣ, ਕਿਉਂਕਿ ਇੱਥੇ ਕਈ ਕਲਾਕਾਰ ਸੱਦੇ ਗਏ ਆ ਜਿਨ੍ਹਾਂ ਦੇ ਨਾਂ ਸੂਚੀ ਦੇ ਵਿੱਚ ਸ਼ਾਮਲ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਗੁਰਦਾਸਪੁਰ ਖੇਤਰ ਤੋਂ ਸੰਸਦ ਮੈਂਬਰ ਹਾਂ, ਪਰ ਹਾਲੇ ਤੱਕ ਮੈਨੂੰ ਕੋਈ ਸੱਦਾ ਪੱਤਰ ਨਹੀਂ ਮਿਲਿਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੋਦੀ ਸਾਹਿਬ ਸਿਰਫ ਆਉਣਗੇ, ਡਰਾਮੇਬਾਜ਼ੀ ਕਰਕੇ ਜੁਮਲੇ ਛੱਡ ਕੇ ਚਲੇ ਜਾਣਗੇ, ਪਰ ਸਰਹੱਦੀ ਖੇਤਰ ਨੂੰ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਹੈ। ਇੱਥੇ ਉਦਯੋਗ ਲੱਗਣੇ ਚਾਹੀਦੇ ਆ। ਜੇਕਰ ਤੁਸੀਂ ਆਉਣ ਹੀ ਲੱਗੇ ਆ ਤਾਂ ਕੁਝ ਦੇ ਕੇ ਵੀ ਜਾਓ, ਫੁਕੀਆਂ ਫੜਾ ਮਾਰ ਕੇ ਜਾਣ ਦਾ ਫਾਇਦਾ ਵੀ ਕੀ ਹੈ। ਤੇ ਹੁਣ ਚੱਲਦੇ ਹਾਂ ਪਹਿਲੀ ਖਬਰ ਦੇ ਵੱਲ। ਅੱਜ ਭਗਵੰਤ ਮਾਨ ਨੇ, ਜਿਹੜੇ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਆਪਾਂ ਸਾਰੇ ਜਾਣਦੇ ਹਾਂ, ਇਹਨਾਂ ਦੇ ਵੱਲੋਂ ਮੋਦੀ ਸਰਕਾਰ ਦੀ ਚੰਗੀ ਛਿੱਲ ਲਾਈ ਗਈ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਲੰਘੇ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਨਵੇਂ ਵਰ੍ਹੇ ਦੇ ਉੱਤੇ ਪਹਿਲੇ ਹੀ ਦਿਨ ਇੱਕ ਵਿਸ਼ੇਸ਼ ਇੰਟਰਵਿਊ ਦਿੱਤੀ ਗਈ ਹੈ। ਉਸ ਇੰਟਰਵਿਊ ਦੇ ਵਿੱਚ ਮੋਦੀ ਦੇ ਵੱਲੋਂ ਆਪਣੀ ਸਰਕਾਰ ਦੇ ਕਈ ਸੋਹਲੇ ਗਾਏ ਗਏ। ਹਾਲਾਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜੇਕਰ ਮੋਦੀ ਸਾਹਿਬ ਨੂੰ ਇਹ ਜਾਪਦਾ ਕਿ ਸਾਡੀ ਸਰਕਾਰ ਦਾ ਹੁਣ ਤੱਕ ਦਾ ਕਾਰਜਕਾਲ ਬਾਕਮਾਲ ਹੈ, ਸਾਡੇ ਨਾਲ ਕੋਈ ਵਿਵਾਦ ਨਹੀਂ ਜੁੜਿਆ, ਅਸੀਂ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰੇ ਹਾਂ, ਤਾਂ ਜਿਵੇਂ ਡਾਕਟਰ ਮਨਮੋਹਨ ਸਿੰਘ ਮੀਡੀਆ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੇ ਵਿਚਾਰ ਰੱਖਦੇ ਹੁੰਦੇ ਸੀ, ਮੋਦੀ ਸਰਕਾਰ ਨੂੰ ਉਵੇਂ ਰੱਖਣੇ ਚਾਹੀਦੇ ਆ। ਪਰ ਮੋਦੀ ਸਾਹਿਬ ਆਪਣੇ ਚਹੇਤੇ ਚੈਨਲਾਂ ਤੇ ਆਪਣੀਆਂ ਚਹੇਤੀਆਂ ਏਜੰਸੀਆਂ ਦੇ ਸਨਮੁਖ ਹੋ ਕੇ ਉਹ ਇੰਟਰਵਿਊ ਦੇ ਗਏ। ਉਸ ਇੰਟਰਵਿਊ ਦੇ ਵਿੱਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਸੀ। ਇੱਦਾਂ ਜਾਪਦਾ ਸੀ ਵੀ ਇਹ ਸਿਰਫ ਤੇ ਸਿਰਫ ਆਪਣੀ ਪ੍ਰਮੋਸ਼ਨ ਦੇ ਲਈ, ਆਪਣੀ ਪ੍ਰਚਾਰ ਦੇ ਲਈ ਇੱਕ ਇੰਟਰਵਿਊ ਹੈ। ਇਸੇ ਇੰਟਰਵਿਊ ਦੇ ਉੱਤੇ ਬਹੁਤ ਵੱਡੀ ਗਿਣਤੀ 'ਚ ਲੋਕਾਂ ਨੇ ਸਵਾਲ ਕੀਤੇ ਆ ਤੇ ਭਗਵੰਤ ਮਾਨ ਨੇ ਵੀ ਇਸੇ ਇੰਟਰਵਿਊ ਦੇ ਉੱਤੇ ਮੋਦੀ ਸਰਕਾਰ ਨੂੰ ਘੇਰਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੋਦੀ ਸਾਹਿਬ ਦੀ ਜਿਹੜੀ ਇਹ ਇੰਟਰਵਿਊ ਸੀ, ਇਹ ਪਹਿਲਾਂ ਹੀ ਤੈਅ ਕੀਤੀ ਗਈ ਸੀ। ਇਹਦੇ ਵਿੱਚ ਸਵਾਲ ਪਹਿਲਾਂ ਲਿਖੇ ਗਏ ਸੀ। ਮੋਦੀ ਸਾਹਿਬ ਦੀ ਇੰਟਰਵਿਊ ਹੋਈ ਤੇ ਨਾ ਹੋਈ ਇੱਕ ਬਰਾਬਰ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਭਾਰਤ ਦੇ ਅਸਲ ਮੁੱਦੇ ਆ, ਭਾਵੇਂ ਉਹ ਕਿਸਾਨੀ ਦਾ, ਭਾਵੇਂ ਜਵਾਨੀ ਦਾ, ਉਹਦੇ ਵੱਲ ਖਿਆਲ ਨਹੀਂ ਕੀਤਾ ਗਿਆ ਤੇ ਬਸ ਉਰਲੀਆਂ ਪਰਲੀਆਂ ਕਰਕੇ ਮੋਦੀ ਸਾਹਿਬ ਨੇ ਜੁਮਲੇ ਛੱਡ ਕੇ ਫਿਰ ਵਕਤ ਟਪਾ ਦਿੱਤਾ ਹੈ। ਪਹਿਲਾਂ ਖਬਰ ਸਾਂਝੀ ਕਰਦੇ ਹਾਂ ਜਿਹੜੀ ਸਾਡੇ ਤੱਕ ਪੜੀ ਆ, ਬਾਅਦ ਵਿੱਚ ਕਰਾਂਗੇ ਟਿੱਪਣੀ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਖਬਰ ਏਜੰਸੀ ਨੂੰ ਦਿੱਤੀ ਗਈ 95 ਮਿੰਟ ਦੀ ਇੰਟਰਵਿਊ ਨੂੰ ਸਰਕਾਰ ਦੀਆਂ ਨਾਕਾਮੀਆਂ ਛੁਪਾਉਣ ਤੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਤੋਂ ਧਿਆਨ ਹਟਾਉਣ ਦਾ ਕਾਰਜ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਵਿੱਚ ਫੇਲ ਸਾਬਤ ਹੋਈ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨ ਸੇਵਕ ਦੇ ਵੱਲੋਂ ਦਿੱਤੀ ਗਈ ਇੰਟਰਵਿਊ ਪਿਛਲੇ 5 ਸਾਲਾਂ ਦੌਰਾਨ ਸਰਕਾਰ ਦੇ ਵੱਲੋਂ ਗਲਤ ਤਰੀਕੇ ਨਾਲ ਲਏ ਗਏ ਫੈਸਲਿਆਂ ਦੇ ਉੱਤੇ ਪਰਦਾ ਪਾਉਣ ਦਾ ਕਾਰਜ ਮਾਤਰ ਸੀ। ਮਾਨ ਨੇ ਕਿਹਾ ਕਿ ਮੋਦੀ ਨੇ ਆਪਣੀ ਇੰਟਰਵਿਊ ਦੇ ਵਿੱਚ ਖੁਦ ਮੰਨਿਆ ਕਿ ਹੋਰ ਲੋਕਾਂ ਦੇ ਵੱਲੋਂ ਕਹੀਆਂ ਜਾ ਰਹੀਆਂ ਗੱਲਾਂ ਕਿ ਇਸ ਸਮੇਂ ਕੇਂਦਰ ਨੂੰ 2.5 ਬੰਦੇ ਮੋਦੀ, ਸ਼ਾਹ ਤੇ ਜੇਟਲੀ ਚਲਾ ਰਹੇ ਨੇ, ਇਹ ਸੱਚ ਹੈ। ਮਾਨ ਨੇ ਕਿਹਾ ਕਿ ਸਰਕਾਰ ਦੇ ਗਠਨ ਤੋਂ ਬਾਅਦ ਕੈਬਨਿਟ ਦੀ ਹੋਈ ਪਹਿਲੀ ਮੀਟਿੰਗ ਦੌਰਾਨ ਕਿਸਾਨ ਕਰਜ਼ੇ ਨੂੰ ਮਾਫ ਕਰਨ ਸੰਬੰਧੀ ਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਸੰਬੰਧੀ ਚਰਚਾ ਹੋਈ ਸੀ, ਪਰ ਉਸ ਤੋਂ ਪਿੱਛੋਂ ਇਸ ਉੱਤੇ ਕਦੇ ਕੋਈ ਗੱਲ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨ ਵਿਰੋਧੀ ਨੀਤੀਆਂ ਅਖਤਿਆਰ ਕਰਨ ਕਰਕੇ ਕਰਜ਼ੇ ਵਿੱਚ ਫਸੇ ਕਿਸਾਨ ਆਤਮ ਹੱਤਿਆ ਕਰਨ ਵਾਸਤੇ ਮਜਬੂਰ ਹੋ ਰਹੇ ਨੇ। ਉਹਨਾਂ ਨੇ ਕਿਹਾ ਕਿ ਭਗਵਾ ਸਰਕਾਰ ਚੋਣਾਂ ਤੋਂ ਪਹਿਲਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਵਾਅਦੇ ਤੋਂ ਵੀ ਮੁੱਕਰੀ ਹੈ। ਉਹਨਾਂ ਨੇ ਕਿਹਾ ਕਿ ਪਿਛਲੀ ਸਰਕਾਰ ਵਾਂਗ ਹੀ ਮੋਦੀ ਦਾ ਕਿਸਾਨਾਂ ਨੂੰ ਉਹਨਾਂ ਦੀ ਲਾਗਤ ਤੋਂ 1.5 ਗੁਣਾ ਮੁਨਾਫਾ ਦੇਣਾ ਵੀ ਚੋਣ ਜੁਮਲਾ ਹੀ ਸਾਬਤ ਹੋਇਆ। ਉਹਨਾਂ ਨੇ ਕਿਹਾ ਕਿ ਇਸੇ ਕਰਕੇ ਹੀ
ਮੋਦੀ ਹੁਣ ਲੋਕਾਂ ਤੇ ਮੀਡੀਆ ਦੇ ਸਵਾਲਾਂ ਤੋਂ ਭੱਜ ਰਹੇ ਨੇ ਤੇ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰੈਲੀ ਪ੍ਰਧਾਨ ਮੰਤਰੀ ਕਰਾਰ ਦਿੱਤਾ ਹੈ। ਮਾਨ ਨੇ ਕਿਹਾ ਕਿ ਰੁਜ਼ਗਾਰ ਦੇ ਮੁੱਦੇ ਦੇ ਉੱਤੇ ਮੋਦੀ ਸਰਕਾਰ ਪੂਰੇ ਤੌਰ ਤੇ ਫੇਲ ਸਾਬਤ ਹੋਈ ਹੈ ਤੇ ਨੌਜਵਾਨਾਂ ਨਾਲ ਕੀਤੇ ਗਏ ਵਾਅਦਿਆਂ ਤੋਂ ਭੱਜ ਗਈ ਹੈ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਕੋਲ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਰੁਜ਼ਗਾਰ ਪ੍ਰਤੀ ਨਾ ਤਾਂ ਨੀਅਤ ਤੇ ਨਾ ਹੀ ਕੋਈ ਨੀਤੀ ਹੈ। ਉਹਨਾਂ ਨੇ ਕਿਹਾ ਕਿ ਇਸੇ ਕਾਰਨ ਹੀ ਸਰਕਾਰ ਰੁਜ਼ਗਾਰ ਸੰਬੰਧੀ ਅੰਕੜਿਆਂ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰ ਰਹੀ ਹੈ। ਮੋਦੀ ਦਾ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਵੀ ਜੁਮਲਾ ਹੀ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜੇਕਰ ਮੋਦੀ ਸਾਹਿਬ ਨੂੰ ਇਹ ਜਾਪਦਾ ਹੈ ਕਿ ਹੁਣ ਤੱਕ ਦਾ ਸਾਡਾ ਕਾਰਜਕਾਲ ਬਾਕਮਾਲ ਰਿਹਾ, ਸਾਡੇ ਤੋਂ ਕੋਈ ਵੀ ਵਰਗ ਦੁਖੀ ਨਹੀਂ, ਸਾਰੇ ਵਰਗਾਂ ਨੂੰ ਅਸੀਂ ਸੰਤੁਸ਼ਟ ਕਰ ਦਿੱਤਾ ਤੇ ਲੋਕਾਂ ਦੇ ਕੀਤੇ ਹੋਏ ਵਾਅਦੇ ਅਸੀਂ ਪੂਰੇ ਕਰਕੇ ਦਿਖਾ ਦਿੱਤੇ ਅਤੇ ਜਨਤਾ ਬੜੀ ਖੁਸ਼ਹਾਲ ਹੈ, ਫਿਰ ਉਹਨਾਂ ਨੂੰ ਇੱਕ ਵਿਸ਼ੇਸ਼ ਏਜੰਸੀ ਦੇ ਨਾਲ ਮਿਲ ਕੇ ਇੰਟਰਵਿਊ ਦੇਣ ਦੀ ਲੋੜ ਨਹੀਂ ਸੀ। ਫਿਰ ਉਹ ਮੀਡੀਆ ਦੇ ਵਿੱਚ ਜਾਂਦੇ, ਉਹ ਇੱਕ ਪ੍ਰੈਸ ਕਾਨਫਰੰਸ ਕਰਦੇ, ਉੱਥੇ ਜਾ ਕੇ ਆਪਣੇ ਦਿਲ ਦੀਆਂ ਗੱਲਾਂ ਕਰਦੇ, ਪੱਤਰਕਾਰ ਆਪਣੇ ਮਨ ਦੇ ਸਵਾਲ ਪੁੱਛ ਲੈਂਦੇ। ਜੇ ਪੱਤਰਕਾਰ ਉਹਨਾਂ ਨੂੰ ਇਹ ਪੁੱਛਦੇ ਕਿ ਨੋਟਬੰਦੀ ਦਾ ਫਾਇਦਾ ਕੀ ਹੋਇਆ ਦੇਸ਼ ਨੂੰ ਤੇ ਭਾਜਪਾ ਨੂੰ, ਤੇ ਮੋਦੀ ਸਾਹਿਬ ਕੋਈ ਸੰਤੁਸ਼ਟੀਜਨਕ ਉੱਤਰ ਦੇ ਦੇਣ ਤਾਂ ਸਾਰੇ ਦੇਸ਼ ਦੀ ਸ਼ੰਕਾ ਨਿਵਰਤੀ ਹੋ ਜਾਊਗੀ, ਸਾਰਾ ਦੇਸ਼ ਸੰਤੁਸ਼ਟ ਹੋ ਜਾਊਗਾ। ਜੇਕਰ ਉਹ ਇਸ ਗੱਲ ਦਾ ਉੱਤਰ ਦਲੀਲ ਨਾਲ ਦੇ ਦੇਣ ਕਿ ਜੋ ਰਿਜ਼ਰਵ ਬੈਂਕ ਆਫ ਇੰਡੀਆ ਉਹਦੇ ਹੁਣੇ ਜਿਹੜੇ ਗਵਰਨਰ ਨੇ ਉਹਨਾਂ ਨੇ ਅਸਤੀਫਾ ਦਿੱਤਾ, ਉਹ ਕਿਹੜੇ ਕਾਰਨਾਂ ਕਰਕੇ ਦਿੱਤਾ ਹੋਇਆ, ਮੋਦੀ ਸਾਹਿਬ ਦਲੀਲ ਨਾਲ ਉੱਤਰ ਦੇਣ ਤੇ ਸਾਰਾ ਦੇਸ਼ ਸੰਤੁਸ਼ਟ ਹੋ ਜਾਊਗਾ। ਜੇਕਰ ਮੋਦੀ ਸਾਹਿਬ ਇਸ ਗੱਲ ਦਾ ਉੱਤਰ ਦਲੀਲ ਨਾਲ ਦੇਣ ਕਿ 2 ਕਰੋੜ ਭਾਰਤੀਆਂ ਨੂੰ, ਲੋਕਾਂ ਨੂੰ ਇੱਕ ਵਰ੍ਹੇ ਦੇ ਵਿੱਚ ਨੌਕਰੀਆਂ ਕਿੰਨੀਆਂ ਕੁ ਮਿਲੀਆਂ, ਕੀ ਅਸੀਂ ਸਫਲ ਹੋਏ ਹਾਂ, ਤਾਂ ਫਿਰ ਸਾਰਾ ਦੇਸ਼ ਆਪੇ ਸੰਤੁਸ਼ਟ ਹੋ ਜੂ। ਜੇਕਰ ਮੋਦੀ ਸਾਹਿਬ ਦਲੀਲ ਨਾਲ ਇਸ ਗੱਲ ਦਾ ਉੱਤਰ ਦੇਣ ਕਿ ਉਹਨਾਂ ਦੇ ਰਾਜ ਦੇ ਵਿੱਚ RSS ਦੇ ਇਸ਼ਾਰੇ ਦੇ ਉੱਤੇ ਹਿੰਦੂ ਜਥੇਬੰਦੀਆਂ ਦੇ ਵੱਲੋਂ ਗਾਂ ਦੇ ਨਾਂ ਦੇ ਉੱਤੇ ਲੋਕਾਂ ਦਾ ਕਤਲੇਆਮ ਨਹੀਂ ਕੀਤਾ ਗਿਆ, ਤੇ ਫਿਰ ਲੋਕ ਆਪੇ ਸੰਤੁਸ਼ਟ ਹੋ ਜਾਣਗੇ। ਯਾਨੀ ਕਿ ਜੇਕਰ ਲੋਕਾਂ ਦੀ ਕੁੱਲੀ ਗੁੱਲੀ ਤੇ ਜੁੱਲੀ ਦੀ ਸਹੂਲਤ ਵਾਲੀ ਦਲੀਲ ਦੇ ਨਾਲ ਅਸੀਂ ਬਾਤ ਪੇਸ਼ ਕਰਾਂਗੇ, ਲੋਕ ਤਾਂ ਸੰਤੁਸ਼ਟ ਹੁੰਦੇ ਆ। ਪਰ ਕਿਉਂਕਿ ਮੋਦੀ ਸਾਹਿਬ ਇਹਨਾਂ ਗੱਲਾਂ ਦੇ ਉੱਤਰ ਬਾਦਲੀਲ ਦੇ ਨਹੀਂ ਸਕਦੇ, ਅੰਕੜੇ ਬੇਸ਼ੱਕ ਜਿੰਨੇ ਮਰਜ਼ੀ ਪੇਸ਼ ਕਰੀ ਜਾਓ ਕਿ ਇਧਰੋਂ GDP ਇੱਧਰ ਆ ਗਈ, ਇੱਧਰੋਂ ਤਾਂ ਨੂੰ ਚੜ ਗਈ, ਇੱਧਰੋਂ ਥੱਲੇ ਆ ਗਈ, ਅੰਕੜਾ ਆ ਹੋ ਗਿਆ, ਅੰਕੜਾ ਉਹ ਹੋ ਗਿਆ, ਲੋਕਾਂ ਦਾ ਇਸ ਗੱਲ ਨਾਲ ਕੋਈ ਵੀ ਤਾਲੁਕ ਨਹੀਂ। ਇਹ ਉਹੀ ਮੋਦੀ ਸਾਹਿਬ ਨੇ ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਪੇਸ਼ ਕਰਦੇ ਸੀ 2014 ਦੇ ਵਿੱਚ ਕਿ ਸਾਨੂੰ ਇੱਕ ਵਾਰ ਮੌਕਾ ਦਿਓ, UPA ਦੀ ਸਰਕਾਰ ਨੂੰ ਤੁਸੀਂ ਮਗਰੋਂ ਲਾ ਦਿਓ, ਅਸੀਂ ਭਾਰਤ ਦੇ ਵਿੱਚ ਕਿਸਾਨੀ ਬਚਾਉਣ ਦੇ ਲਈ ਸਵਾਮੀਨਾਥਨ ਫਾਰਮੂਲਾ ਲਾਗੂ ਕਰ ਦਿਆਂਗੇ। ਅੱਜ ਉਹ ਫਾਰਮੂਲਾ ਲਾਗੂ ਕਰਨ ਦੀ ਗੱਲ ਹੀ ਨਹੀਂ ਕੀਤੀ ਜਾ ਰਹੀ। ਹੁਣ ਇਹ ਗੱਲ ਕਹਿੰਦੇ ਆ ਲਾਗਤਾਂ ਦੇ ਮੁਤਾਬਕ ਅਸੀਂ ਆਹ ਖਰਚੇ ਦੇਵਾਂਗੇ, ਅਸੀਂ ਕਿਸਾਨੀ ਨੂੰ ਬਚਾਉਣ ਲਈ ਉਹ ਕਰ ਦਿਆਂਗੇ। ਸਵਾਮੀਨਾਥਨ ਫਾਰਮੂਲੇ ਦੀ ਗੱਲ ਕਿੱਥੇ ਗਈ? ਜੇਕਰ ਮੋਦੀ ਸਾਹਿਬ ਨਿਰਪੱਖ ਉੱਤਰ ਦੇਣੇ ਚਾਹੁੰਦੇ ਆ, ਜੇਕਰ ਉਹਨਾਂ ਦੇ ਮਨ ਦੇ ਵਿੱਚ ਕਿਸੇ ਕਿਸਮ ਦਾ ਡਰ ਨਹੀਂ ਆ, ਜੇਕਰ ਉਹ ਕਿਸੇ ਵੀ ਗੱਲ ਦਾ ਉੱਤਰ ਦਲੀਲ ਨਾਲ ਦੇ ਸਕਦੇ ਆ, ਤਾਂ ਫਿਰ ਉਹਨਾਂ ਨੂੰ ਕਿਸੇ ਇੱਕ ਚੈਨਲ ਦੇ ਦਫ਼ਤਰ ਦੇ ਵਿੱਚ ਬੈਠ ਕੇ ਇੰਟਰਵਿਊ ਨਹੀਂ ਦੇਣੀ ਚਾਹੀਦੀ। ਬਹੁਤ ਸਾਰੇ TV ਚੈਨਲ ਇਹੋ ਜਿਹੇ ਆ ਜਿਹੜੇ ਅੱਜ ਸਰਕਾਰ ਦਾ ਪਾਣੀ ਭਰਦੇ ਆ। NDTV ਨੂੰ ਕਦੇ ਇੰਟਰਵਿਊ ਕਿਉਂ ਨਹੀਂ ਦਿੰਦੇ ਮੋਦੀ ਸਾਹਿਬ? ਰਵੀਸ਼ ਕੁਮਾਰ ਨੂੰ ਕਦੇ ਇੰਟਰਵਿਊ ਕਿਉਂ ਨਹੀਂ ਦਿੰਦੇ ਮੋਦੀ ਸਾਹਿਬ? ਇਹ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਉਹਨਾਂ ਨੇ ਜਿਹੜੇ ਸਵਾਲ ਪੁੱਛਣੇ ਆ ਸ਼ਾਇਦ ਮੋਦੀ ਸਾਹਿਬ ਉਹਦਾ ਤਰਕ ਦੇ ਨਾਲ ਉੱਤਰ ਨਾ ਦੇ ਸਕਣ। ਇਹੀ ਸਵਾਲ ਅੱਜ ਭਗਵੰਤ ਮਾਨ ਨੇ ਕੀਤੇ ਆ ਕਿ ਮੋਦੀ ਸਾਹਿਬ ਦੀ ਇੰਟਰਵਿਊ ਦੀ ਤੁੱਕ ਕੀ ਬਣਦੀ ਆ। ਬਹੁਤ ਸਾਰੇ TV ਚੈਨਲ ਇਸ ਵਕਤ ਇਹੋ ਜਿਹੇ ਆ ਜਿਹੜੇ ਕੇਂਦਰ ਦੇ ਵੱਖ-ਵੱਖ ਮੰਤਰੀਆਂ ਨੂੰ ਪੁੱਛ ਕੇ ਕਿ ਅਸੀਂ ਤੁਹਾਡੀ ਇੰਟਰਵਿਊ ਲੈਣ ਲੱਗੇ, ਕਿਹੜੇ-ਕਿਹੜੇ ਸਵਾਲ ਤੁਹਾਨੂੰ ਪੁੱਛਗੇ, ਅਸੀਂ ਕਿਹੜੇ-ਕਿਹੜੇ ਸਵਾਲਾਂ ਦੇ ਉੱਤੇ ਸਹੀ ਪਾਈਏ, ਤੁਹਾਨੂੰ ਕਿਹੜੇ-ਕਿਹੜੇ ਸਵਾਲ ਗਲਤ ਲੱਗਦੇ ਆ, ਤੇ ਜਿਹੜੇ ਗਲਤ ਲੱਗਦੇ ਆ ਉਹ ਆਪਾਂ ਲਿਸਟ ਦੇ ਵਿੱਚੋਂ ਕੱਟ ਦਿੰਦੇ ਆ। ਇਸ ਹਾਲਾਤ ਦੇ ਵਿੱਚ ਸਾਡਾ ਭਾਰਤੀ ਮੀਡੀਆ ਜਿਹੜਾ ਉਹ ਕਿੰਨੇ ਕੁ ਨਿਰਪੱਖ ਤਰੀਕੇ ਨਾਲ ਕੰਮ ਕਰ ਸਕਦਾ ਹੈ ਜਾਂ ਕਰ ਰਿਹਾ, ਆਪਾਂ ਸਾਰੇ ਜਾਣਦੇ ਹਾਂ। ਕਈ TV ਚੈਨਲ ਤੇ ਹੋਰ ਬਹੁਤ ਸਾਰੇ ਮੀਡੀਆ ਦੇ ਸਾਧਨ ਆ ਜਿਹੜੇ ਉਹਨਾਂ ਦੇ ਵਿੱਚ ਖਾਸ ਕਰਕੇ ਅਖਬਾਰਾਂ ਦਾ ਜ਼ਿਕਰ ਵੀ ਕਰਨਾ ਬਣਦਾ ਹੈ। ਇਸ ਕਰਕੇ ਬੇਹੱਦ ਦੁਖੀ ਆ, ਕਿਉਂਕਿ ਸਰਕਾਰ ਦੀਆਂ ਨੀਤੀਆਂ ਦੇ ਕਰਕੇ, ਸਰਕਾਰ ਦੇ ਵੱਲੋਂ ਹੱਥ ਕੁੱਟਣ ਦੇ ਕਰਕੇ ਕਿ ਇਸ਼ਤਿਹਾਰ ਇਹਨਾਂ ਨੂੰ ਜਾਰੀ ਨਹੀਂ ਹੋਣ ਦੇਣੇ, ਉਹ ਬੰਦ ਹੋਣ ਦੇ ਕਿਨਾਰੇ ਦੇ ਉੱਤੇ ਪਹੁੰਚ ਗਏ ਆ। ਪਰ ਫਿਰ ਵੀ ਉਹ ਸਿਰੜ ਦੇ ਨਾਲ ਅੱਗੇ ਵਧ ਰਹੇ ਆ, ਉਹ ਛਪ ਰਹੇ ਆ, ਉਹ ਦਿਖਾ ਰਹੇ ਆ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ। ਇਸ ਕਰਕੇ ਮੋਦੀ ਸਰਕਾਰ ਹੁਣ ਜਦੋਂ 2019 ਦੀਆਂ ਚੋਣਾਂ ਵਾਸਤੇ ਤਿਆਰੀ ਕਰ ਰਹੀ ਆ, ਤਾਂ ਲੋਕਾਂ ਦੇ ਵਿੱਚ ਇੱਕ ਵੱਖਰਾ ਪ੍ਰਭਾਵ ਛੱਡਣ ਦੇ ਲਈ, ਖੁਦ ਨੂੰ ਸਹੀ ਸਾਬਤ ਕਰਨ ਦੇ ਲਈ, ਖੁਦ ਨੂੰ ਲੋਕ ਪੱਖੀ ਦਿਖਾਉਣ ਦੇ ਲਈ ਬਹੁਤ ਸਾਰੇ ਉਪਰਾਲੇ ਕਰ ਰਹੀ ਆ। ਪਰ ਹੁਣ ਲੋਕਾਂ ਦੇ ਵਿੱਚ ਜਾਣਕਾਰੀ ਸਾਰੀ ਪਹੁੰਚ ਚੁੱਕੀ ਆ। ਜ਼ਰਾ ਇਹ ਸੋਚਣਾ ਬਣਦਾ ਹੈ ਕਿ ਜੇਕਰ ਅੱਜ ਗਰੀਬ ਦੇ ਪੀਪੇ ਦੇ ਵਿੱਚ ਆਟਾ ਨਹੀਂ, ਤਾਂ ਉਹਨੇ ਇਸ ਗੱਲ ਤੋਂ ਕੀ ਲੈਣਾ ਵੀ GDP ਤਾਂ ਗਈ ਜਾਂ GDP ਥੱਲੇ ਆਈ। ਉਹਦਾ ਮਸਲਾ ਸਿਰਫ ਤੇ ਸਿਰਫ ਆਪਣੇ ਪਰਿਵਾਰ ਨਾਲ ਹੈ, ਉਹਦਾ ਮਸਲਾ ਸਿਰਫ ਤੇ ਸਿਰਫ ਰੋਟੀ ਨਾਲ ਹੈ। ਇਸ ਕਰਕੇ ਜਿਹੜੇ ਲੋਕਾਂ ਦੇ ਮੂੰਹ ਦੇ ਵਿੱਚੋਂ ਬੁਰਕੀਆਂ ਖੋਹੀਆਂ ਗਈਆਂ, ਉਹਨਾਂ ਨੇ ਕਦੇ ਵੀ TV ਚੈਨਲਾਂ ਦੇ ਉੱਤੇ ਦਿੱਤੀਆਂ ਗਈਆਂ ਇਹੋ ਜਿਹੀਆਂ ਇੰਟਰਵਿਊਆਂ ਦੇ ਉੱਤੇ ਯਕੀਨ ਨਹੀਂ ਕਰਨਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੇ ਛੋਟੀ ਜਿਹੀ ਬ੍ਰੇਕ।
ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪਿਛਲੇ ਕਈ ਦਿਨਾਂ ਤੋਂ ਲੁਧਿਆਣੇ ਦੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਹੋਰੀ ਖਾਸੇ ਚਰਚਾ ਦੇ ਵਿੱਚ ਹੈ। ਚਰਚਾ ਦੀ ਇੱਕੋ ਇੱਕ ਵਜ੍ਹਾ ਕਿ ਉਹਨਾਂ ਨੇ ਪੱਗ ਦੇ ਨਾਲ ਰਾਜੀਵ ਗਾਂਧੀ ਦੇ ਬੁੱਤ ਨੂੰ ਸਾਫ਼ ਕੀਤਾ ਸੀ। ਚਰਚਾ ਦੀ ਵਜ੍ਹਾ ਇਹ ਵੀ ਹੈ ਵੀ ਉਹਨਾਂ ਨੇ ਚਾਪਲੂਸੀ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਚਰਚਾ ਦੀ ਵਜ੍ਹਾ ਇਹ ਵੀ ਹੈ ਕਿ ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹਨਾਂ ਨੂੰ ਕੁਝ ਕੁ ਲੋਕਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਚਰਚਾ ਦੀ ਵਜ੍ਹਾ ਇੱਕ ਇਹ ਵੀ ਹੈ ਕਿ ਉਹਨਾਂ ਦੇ ਘਰ ਦੇ ਬਾਹਰ ਪੁਲਿਸ ਦਾ ਪਹਿਰਾ ਲਾ ਦਿੱਤਾ ਗਿਆ ਸੀ ਤੇ ਉਹ ਅੰਦਰ ਬੈਠੇ ਇੱਕੋ ਗੱਲ ਕਹਿੰਦੇ ਸੀ ਕਿ ਮੈਂ ਕੋਈ ਵੀ ਬਲੀਦਾਨ ਦੇਣ ਵਾਸਤੇ ਤਿਆਰ ਹਾਂ, ਪਰ ਪੁਲਿਸ ਦੀ ਕਸਟਡੀ ਦੇ ਵਿੱਚ, ਪੁਲਿਸ ਦੇ ਪਹਿਰੇ ਦੇ ਵਿੱਚ ਉਹ ਇਹ ਬਿਆਨ ਦਿੰਦੇ ਸੀ। ਹੁਣ ਗੁਰਸਿਮਰਨ ਸਿੰਘ ਮੰਡ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਕੋਲੋਂ ਅਣਜਾਣਪੁਣੇ ਦੇ ਵਿੱਚ ਗਲਤੀ ਹੋ ਗਈ। ਹੁਣ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਬਹੁਤ ਵੱਡਾ ਗੁਨਾਹ ਕਰ ਬੈਠਾ, ਮੈਂ ਗਲਤੀ ਕਰ ਲਈ ਹੈ। ਮੈਂ ਸਮੁੱਚੇ ਸਿੱਖ ਭਾਈਚਾਰੇ ਤੋਂ ਮਾਫੀ ਮੰਗਦਾ ਇਸ ਗਲਤੀ ਦੇ ਬਦਲੇ। ਪਰ ਉਹ ਵੀ ਲੋਕ ਮਾਫੀ ਮੰਗਣ ਜਿਨ੍ਹਾਂ ਨੇ ਰਾਜੀਵ ਗਾਂਧੀ ਦੇ ਬੁੱਤ ਦੇ ਉੱਤੇ ਕਾਲਖ ਮਲੀ ਹੈ। ਸੋ ਉਹ ਲੋਕ ਮਾਫੀ ਮੰਗਦੇ ਜਾਂ ਨਹੀਂ ਮੰਗਦੇ ਇਹ ਬਾਅਦ ਦੀਆਂ ਗੱਲਾਂ, ਪਰ ਮੰਡ ਹੋਰਾਂ ਨੇ ਜਿਹੜੀ ਮਾਫੀ ਮੰਗੀ ਹੈ ਉਹਦੇ ਤੋਂ ਬਾਅਦ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਬੰਦਾ ਪਹਿਲਾਂ ਬੜਕ ਮਾਰ ਬਹਿੰਦਾ ਕਿ ਜੀ ਮੈਨੂੰ ਪਰਵਾਹ ਕੋਈ ਨਹੀਂ, ਰਾਜੀਵ ਗਾਂਧੀ ਤਾਂ ਮੇਰੇ ਪਿਤਾ ਵਰਗੇ ਆ, ਸਾਡੇ ਰੋਲ ਮਾਡਲ ਹੈ, ਸਾਡੇ ਦੇਸ਼ ਦੇ ਸਭ ਤੋਂ ਸਤਿਕਾਰਯੋਗ ਪ੍ਰਧਾਨ ਮੰਤਰੀ ਸੀ। ਇਹ ਮੇਰੇ ਇਹੋ ਜਿਹੇ ਸਵਾਸਾਂ ਦੇ ਸਾਥੀ ਆ ਜਿਨ੍ਹਾਂ ਦੀ ਮੈਂ ਬੇਇੱਜ਼ਤੀ, ਜਿਨ੍ਹਾਂ ਦੀ ਮੈਂ ਬਦਨਾਮੀ ਕਦੇ ਬਰਦਾਸ਼ਤ ਨਹੀਂ ਕਰ ਸਕਦਾ। ਇਸ ਕਰਕੇ ਮੇਰੇ ਹੱਥ ਦੇ ਵਿੱਚ ਪੱਗ ਹੀ ਆਈ ਤੇ ਮੈਂ ਟੋਪੀ ਵਾਂਗੂ ਪੱਗ ਲਾ ਕੇ ਤੇ ਨਾਲ ਦੀ ਨਾਲ ਬੁੱਤ ਸਾਫ਼ ਕਰ ਦਿੱਤਾ। ਹੁਣ ਮੇਰੇ ਮਨ ਦੇ ਵਿੱਚ ਜੋ ਚੱਲ ਰਿਹਾ ਉਹ ਬਿਲਕੁਲ ਪਹਿਲਾਂ ਵਾਂਗ ਹੀ ਹੈ ਤੇ ਅੱਜ ਦੀ ਤਰੀਕ ਦੇ ਵਿੱਚ ਬਦਲ ਗਏ ਆ ਕਿ ਜੋ ਮੇਰੇ ਮਨ ਦੇ ਵਿੱਚ ਪਹਿਲਾਂ ਚੱਲਦਾ ਸੀ ਮੈਂ ਉਹਦੇ ਵਰਗਾ ਨਹੀਂ ਆ। ਹੁਣ ਮੇਰੀ ਸੋਚ ਦੇ ਵਿੱਚ ਤਬਦੀਲੀ ਆ ਗਈ ਹੈ। ਪਹਿਲਾਂ ਉਹ ਖਬਰ ਸਾਂਝੀ ਕਰਦੇ ਆ ਜਿਹੜੀ ਮੰਡ ਦੇ ਨਾਲ ਸੰਬੰਧਿਤ ਸਾਡੇ ਤੱਕ ਪੜੀ ਹੈ, ਬਾਅਦ ਵਿੱਚ ਕਰਾਂਗੇ ਟਿੱਪਣੀ। ਰਾਜੀਵ ਗਾਂਧੀ ਦੇ ਬੁੱਤ ਦੇ ਉੱਤੇ ਅਕਾਲੀ ਦਲ ਦੇ ਨਾਲ ਸੰਬੰਧਿਤ ਯੂਥ ਵਰਕਰਾਂ ਵੱਲੋਂ ਕਾਲਖ ਮਲਣ ਤੋਂ ਬਾਅਦ ਆਪਣੀ ਦਸਤਾਰ ਨਾਲ ਬੁੱਤ ਦੀ ਸਫਾਈ ਕਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਮਾਫੀ ਮੰਗ ਲਈ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਪੱਗ ਦੇ ਨਾਲ ਮੈਨੂੰ ਇਹ ਸਭ ਕੁਝ ਨਹੀਂ ਸੀ ਕਰਨਾ ਚਾਹੀਦਾ। ਮੈਂ ਪੂਰੇ ਸਿੱਖ ਸਮਾਜ ਤੋਂ ਮਾਫੀ ਮੰਗਦਾ ਹਾਂ। ਮੈਂ ਇਹ ਕੰਮ ਜਾਣਬੁੱਝ ਕੇ ਨਹੀਂ ਕੀਤਾ, ਸਗੋਂ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਹੋ ਗਈ। ਮੇਰਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਉਹਨਾਂ ਨੇ ਮੰਗ ਕੀਤੀ ਕਿ ਮੇਰੇ ਵਾਂਗ ਉਹ ਅਕਾਲੀ ਵਰਕਰ ਵੀ ਗਾਂਧੀ ਪਰਿਵਾਰ ਤੋਂ ਮਾਫੀ ਮੰਗਣ ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲਣ ਦੀ ਗਲਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਅਕਾਲੀ ਦਲ ਦੇ ਨਾਲ ਸੰਬੰਧਿਤ ਕੁਝ ਵਰਕਰਾਂ ਦੇ ਵੱਲੋਂ ਰਾਜੀਵ ਗਾਂਧੀ ਦੇ ਲੁਧਿਆਣੇ ਵਿੱਚ ਲੱਗੇ ਬੁੱਤ ਦੇ ਉੱਤੇ ਕਾਲਖ ਮਲ ਦਿੱਤੀ ਸੀ, ਜਿਸ ਤੋਂ ਬਾਅਦ ਕਾਂਗਰਸੀ ਆਗੂ ਮੰਡ ਨੇ ਬੁੱਤ ਤੋਂ ਕਾਲਖ ਆਪਣੀ ਪੱਗ ਨਾਲ ਸਾਫ਼ ਕੀਤੀ ਸੀ ਤੇ ਪੱਗ ਦੇ ਨਾਲ ਬੁੱਤ ਦੀ ਸਫਾਈ ਕਰਨ ਤੋਂ ਬਾਅਦ ਇਹ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ। ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਹੜੇ ਦੋ ਅਕਾਲੀ ਆਗੂਆਂ ਦੇ ਵੱਲੋਂ ਮੀਤਪਾਲ ਦੁੱਗਰੀ ਤੇ ਗੋਸ਼ਾ ਹੋਰਾਂ ਦੇ ਵੱਲੋਂ ਬੁੱਤ ਦੇ ਉੱਤੇ ਕਾਲਖ ਮਲੀ ਗਈ ਸੀ, ਉਹਨਾਂ ਨੂੰ ਅੱਜ ਅਦਾਲਤ ਦੇ ਵੱਲੋਂ ਰਿਹਾ ਕਰ ਦਿੱਤਾ ਗਿਆ। ਉਹ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਵਿਚਰ ਰਹੇ ਆ, ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਸੀ, ਅੱਜ ਅਦਾਲਤ ਦੇ ਵੱਲੋਂ ਰਿਹਾ ਕੀਤਾ ਗਿਆ। ਇਹ ਹੋ ਗਈ ਇੱਕ ਖਬਰ। ਦੂਜੀ ਖਬਰ ਇਹ ਹੈ ਕਿ ਜਿਹੜੀ ਅੱਜ ਫਿਕਰਮੰਦੀ ਤੇ ਜਿਹੜੀ ਅੱਜ ਗਲਤੀ ਦਾ ਅਹਿਸਾਸ ਗੁਰਸਿਮਰਨ ਸਿੰਘ ਮੰਡ ਹੋਰਾਂ ਨੂੰ ਹੋਇਆ, ਇਸ ਗਲਤੀ ਨੂੰ ਵੈਸੇ ਜੇਕਰ ਉਹ ਕਰਦੇ ਹੀ ਨਾ ਤਾਂ ਫਿਰ ਹੋਰ ਵੀ ਚੰਗੀ ਗੱਲ ਹੁੰਦੀ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਮੰਡ ਹੋਰਾਂ ਦੀ ਜਿੰਨੀ ਕੁ ਬਦਨਾਮੀ ਸੋਸ਼ਲ ਮੀਡੀਆ ਦੇ ਉੱਤੇ ਹੋਈ ਹੈ ਇਹਨੂੰ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਪੱਤਰਕਾਰਾਂ ਦੇ ਵੱਲੋਂ ਬੜੇ ਤਿੱਖੇ ਸਵਾਲ ਮੰਡ ਹੋਰਾਂ ਨੂੰ ਪੁੱਛੇ ਗਏ ਆ ਘੇਰ ਕੇ ਵੀ ਤੁਸੀਂ ਆਪਣੇ ਸਰੀਰ ਦੇ ਉੱਤੇ ਕੋਈ ਹੋਰ ਜਿਹੜਾ ਕੱਪੜਾ ਪਹਿਨਿਆ, ਭਾਵੇਂ ਉਹ ਝੱਗਾ ਹੋਵੇ, ਭਾਵੇਂ ਪਜਾਮਾ ਹੋਵੇ, ਭਾਵੇਂ ਰੁਮਾਲ ਹੋਵੇ, ਉਹਦੇ ਨਾਲ ਇਸ ਬੁੱਤ ਨੂੰ ਸਾਫ਼ ਕਰ ਲੈਂਦੇ, ਪਰ ਤੁਸੀਂ ਤਾਂ ਸਿੱਖੀ ਦੀ ਛਾਣ, ਸਿੱਖੀ ਦੀ ਆਣ ਜਾਣ ਪੱਗ ਨੂੰ ਲਾ ਕੇ ਰਾਜੀਵ ਗਾਂਧੀ ਦੇ ਬੁੱਤ ਨੂੰ ਸਾਫ਼ ਕਰਨ ਲੱਗ ਪਏ। ਇਹਦੇ ਨਾਲ ਤੁਹਾਨੂੰ ਕਾਂਗਰਸ ਨੇ ਕਿਹੜਾ ਸਨਮਾਨ ਦੇਣਾ? ਤੁਹਾਡੀ ਕਾਂਗਰਸ ਨੇ ਕਿਹੜੀ ਝੋਲੀ ਭਰ ਦੇਣੀ ਹੈ? ਤੁਹਾਨੂੰ ਸਿੱਖੀ ਪਿਆਰੀ ਹੈ ਕਿ ਤੁਹਾਨੂੰ ਰਾਜਨੀਤੀ ਪਿਆਰੀ ਹੈ? ਇਸ ਮਸਲੇ ਨੇ ਤੂਲ ਫੜਨਾ ਵੀ ਸੀ ਕਿਉਂਕਿ ਇਹ ਗੱਲ ਹੀ ਇਹੋ ਜਿਹੀ ਸੀ। ਪਰ ਇੱਕ ਗੱਲ ਇਹਦੇ ਵਿੱਚ ਹੋਰ ਵੀ ਦਰਜ ਕਰਨੀ ਬਣਦੀ ਹੈ ਕਿ ਜਿਹੜੇ ਆਗੂ ਅੱਜ ਰਿਹਾ ਹੋਏ ਆ, ਇਹਨਾਂ ਨੇ ਜਦੋਂ ਕਾਲਖ ਮਲੀ ਸੀ ਤੇ ਅੱਜ ਤੱਕ ਦੇ ਸਮੇਂ ਦੇ ਵਿੱਚ ਜਦੋਂ ਇਹ ਰਿਹਾ ਹੋ ਕੇ ਬਾਹਰ ਆ ਗਏ ਆ, ਇਹਨਾਂ ਨੇ ਵੀ ਆਪਣੀ ਰਾਜਨੀਤੀ ਚਮਕਾਈ ਤੇ ਮੰਡ ਹੋਰਾਂ ਨੇ ਪੱਗ ਦੀ ਵਰਤੋਂ ਕਰਕੇ ਬੁੱਤ ਨੂੰ ਸਾਫ਼ ਕਰਕੇ ਉਹਨਾਂ ਨੇ ਵੀ ਆਪਣੀ ਰਾਜਨੀਤੀ ਚਮਕਾਈ। ਜ਼ਰਾ ਸੋਚ ਕੇ ਦੇਖੋ ਕਿ ਜਿਹੜੇ ਅੱਜ ਦੋ ਰਿਹਾ ਹੋਏ ਆ ਤੇ ਜਿਹਨੇ ਅੱਜ ਗਲਤੀ ਦੀ ਮਾਫੀ ਮੰਗੀ ਆ, ਇਹਨਾਂ ਤਿੰਨਾਂ ਦੀ ਚਰਚਾ ਤੋਂ ਬਿਨਾਂ ਵਿਅਕਤੀਗਤ ਤੌਰ ਦੇ ਉੱਤੇ ਕਿਸੇ ਇੱਕ ਵੀ ਵਿਅਕਤੀ ਨੂੰ ਜਿਹੜੇ 1984 ਕਤਲੇਆਮ ਪੀੜਤਾਂ ਦੇ ਵਿੱਚੋਂ ਕੋਈ ਇੱਕ ਵਿਅਕਤੀ ਉਹਨੂੰ ਇੱਕ ਪੈਸੇ ਦਾ ਕੋਈ ਫਾਇਦਾ ਹੋਇਆ ਹੋਵੇ ਤਾਂ ਗੱਲ ਮੰਨੀ ਜਾਵੇ। ਬੇਸ਼ੱਕ ਅਕਾਲੀ ਦਲ ਇਹ ਗੱਲ ਕਹਿੰਦਾ ਕਿ ਸਾਡੇ ਮਨ ਦੇ ਉੱਤੇ ਸੱਟ ਬਹੁਤ ਵੱਡੀ ਵੱਜੀ ਹੈ, ਗਾਂਧੀ ਪਰਿਵਾਰ ਸਿੱਖਾਂ ਦਾ ਗੁਨਾਹਗਾਰ ਬਹੁਤ ਹੈ। ਗਾਂਧੀ ਪਰਿਵਾਰ ਸਿੱਖਾਂ ਦਾ ਗੁਨਾਹਗਾਰ ਹੈ ਜਾਂ ਨਹੀਂ ਹੈ ਇਹ ਬਾਅਦ ਦੀ ਗੱਲ ਹੈ, ਪਰ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ 1984 ਕਤਲੇਆਮ ਪੀੜਤਾਂ ਦੀ ਸਹੀ ਪੈਰਵਾਈ ਨਹੀਂ ਕੀਤੀ ਗਈ। ਇਸ ਕਰਕੇ ਅੱਜ ਵਾਲੇ ਹਾਲਾਤ ਬਣੇ ਆ ਤੇ ਗਾਂਧੀ ਪਰਿਵਾਰ ਨੇ ਜੋ ਗੁਨਾਹ ਕੀਤੇ ਆ ਉਹਨਾਂ ਦੀ ਸਜ਼ਾ ਉਹਨਾਂ ਨੂੰ ਸਮੇਂ-ਸਮੇਂ ਤੇ ਮਿਲਦੀ ਰਹੀ ਹੈ।
ਤੇ ਜਿਹੜੇ ਗੋਸ਼ਾਖੋਰੀ ਅੱਜ ਰਿਹਾ ਹੋ ਕੇ ਬਾਹਰ ਆਏ ਜੇਲ੍ਹ ਦੇ ਵਿੱਚੋਂ, ਉਹਨਾਂ ਦੇ ਬਾਬਤ ਇਹ ਗੱਲ ਕਹਿਣੀ ਬਣਦੀ ਹੈ ਕਿ ਪਿਛਲੇ ਦਿਨੀ ਉਹਨਾਂ ਦੀਆਂ ਸੋਨੀਆ ਗਾਂਧੀ ਨਾਲ ਸਨਮਾਨ ਦੀਆਂ ਫੋਟੋਆਂ ਵਾਇਰਲ ਹੋਈਆਂ। ਇਹ ਉਹੀ ਗੋਸ਼ਾਖੋਰੀ ਜਿਹੜੇ ਅੱਜ ਗਾਂਧੀ ਪਰਿਵਾਰ ਦੇ ਖਿਲਾਫ ਹੈ, ਕਿਸੇ ਵੇਲੇ ਸੋਨੀਆ ਗਾਂਧੀ ਦੇ ਗੱਲ ਦੇ ਵਿੱਚ ਸਰੋਪਾ ਪਾਉਣ ਵਾਲਿਆਂ ਦੇ ਵਿੱਚ ਸੀ। ਯਾਨੀ ਕਿ ਕਦੇ ਆਪਾਂ ਉਧਰ ਤੇ ਕਦੇ ਆਪਾਂ ਉਧਰ। ਇਹ ਸਿਰਫ ਤੇ ਸਿਰਫ ਰਾਜਨੀਤੀ ਚਮਕਾਉਣ ਦੀ, ਭੱਲ ਖੱਟਣ ਦੀ ਇੱਕ ਤਰਕੀਬ ਸੀ। ਇਹਦੇ ਵਿੱਚੋਂ ਨਾ ਕੁਝ ਪਹਿਲਾਂ ਨਿਕਲਿਆ, ਨਾ ਕੁਝ ਭਵਿੱਖ ਦੇ ਵਿੱਚੋਂ ਮਿਲਣਾ। ਪੰਜਾਬ ਸਰਕਾਰ ਦੇ ਵੱਲੋਂ ਅੱਜ ਲੋਕਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਪੂਰਾ ਕਰਨ ਦੀ ਗੱਲ ਕਰ ਦਿੱਤੀ ਗਈ ਹੈ। ਹਾਲਾਂਕਿ ਅਸੀਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਕਿ ਲੋਕਾਂ ਨੂੰ ਸਮਾਰਟਫੋਨ ਦਿੱਤੇ ਜਾਣ, ਪਰ ਕਿਉਂਕਿ ਲੋਕ ਵੀ ਲਾਲਚੀ ਹੈ, ਇਸ ਕਰਕੇ ਆਪਾਂ ਕੋਈ ਟਿੱਪਣੀ ਕਰ ਵੀ ਨਹੀਂ ਸਕਦੇ, ਕਿਉਂਕਿ ਪੰਜਾਬੀ ਇਸ ਗੱਲ ਨੂੰ ਕਦੇ ਸਮਝ ਹੀ ਨਹੀਂ ਸਕੇ ਕਿ ਸਾਨੂੰ ਕਿਹੜੀਆਂ ਚੀਜ਼ਾਂ ਦੀ ਪਹਿਲ ਦੇ ਆਧਾਰ ਦੇ ਉੱਤੇ ਲੋੜ ਹੈ। ਉਹ ਸਾਨੂੰ ਭਿਖਾਰੀ ਸਮਝਦੇ ਆ ਤੇ ਅਸੀਂ ਭੀਖ ਮੰਗਦੇ ਹਾਂ। ਗੱਲ ਸਿਰਫ ਇਹ ਤੇ ਆ ਕੇ ਖਤਮ ਹੋ ਜਾਂਦੀ ਹੈ। ਜੇ ਤਾਂ ਸਾਨੂੰ ਭੀਖ ਮਿਲਦੀ ਰਹੇ ਫਿਰ ਤਾਂ ਸਰਕਾਰਾਂ ਚੰਗੀਆਂ, ਪਰ ਜੇਕਰ ਅਸੀਂ ਹੱਕਾਂ ਦੇ ਲਈ ਲੜੀਏ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ। ਅਸੀਂ ਭੀਖ ਨਾ ਮੰਗੀਏ। ਸਾਨੂੰ ਇਸ ਵਕਤ ਮੇਰਾ ਨਹੀਂ ਖਿਆਲ ਸਬਸਿਡੀਆਂ ਦੀ ਲੋੜ ਹੈ, ਸਾਨੂੰ ਪੂਰੀ ਬਿਜਲੀ ਦੀ ਲੋੜ ਹੈ, ਸਾਨੂੰ ਫਸਲਾਂ ਦੇ ਸਹੀ ਭਾਅ ਦੀ ਲੋੜ ਹੈ। ਅਸੀਂ ਮੰਗਤੇ ਬਣ ਕੇ ਸਰਕਾਰਾਂ ਨੇ ਮੂਹਰੇ ਖੜੇ ਨਾ ਹੋਈਏ, ਅਸੀਂ ਆਪਣਾ ਹੱਕ ਲਈਏ ਤੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰੀਏ। ਪਰ ਜੋ ਪੰਜਾਬ ਦੇ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ, ਲੋਕਾਂ ਨੇ ਸਮਾਰਟਫੋਨਾਂ ਦੇ ਲਈ ਅਰਜ਼ੀਆਂ ਭਰੀਆਂ ਸੀ, ਵੈਬਸਾਈਟ ਦੇ ਉੱਤੇ ਜਾ ਕੇ ਆਪਣੇ ਪਤੇ ਦਰਜ ਕੀਤੇ ਸੀ, ਉਹਨਾਂ ਨੂੰ ਅੱਜ ਇਹ ਖਬਰ ਚੰਗੀ ਲੱਗੂਗੀ ਕਿ ਕੈਪਟਨ ਸਰਕਾਰ ਨੇ ਫੈਸਲਾ ਕਰ ਲਿਆ ਕਿ ਬਹੁਤ ਜਲਦ ਅਸੀਂ ਸਮਾਰਟਫੋਨ ਦੇ ਦੇਣੇ ਆ। ਪਰ ਹਾਲੇ ਮਹੀਨਾ ਨਹੀਂ ਤੈਅ ਕੀਤਾ ਗਿਆ, ਪਤਾ ਨਹੀਂ 6 ਮਹੀਨਿਆਂ ਨੂੰ ਮਿਲਣੇ ਆ, 3 ਨੂੰ ਸ਼ੁਰੂ ਹੋਣੇ ਆ, ਸਾਲ ਨੂੰ ਸ਼ੁਰੂ ਹੋਣੇ ਆ। ਪਰ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਇਹ ਐਲਾਨ ਕਾਫੀ ਵੱਡਾ ਹੈ। ਪਰ ਇਹਦੇ ਵਿੱਚ ਇੱਕ ਸ਼ਰਤ ਵੀ ਰੱਖ ਦਿੱਤੀ ਗਈ ਹੈ ਕਿ ਜਿਹੜੇ ਕਾਲਜਾਂ ਦੇ ਪੜ੍ਹੇ, ਸਕੂਲਾਂ ਦੇ ਪੜ੍ਹੇ, ਜਿਨ੍ਹਾਂ ਨੇ ਇਹ ਵੈਬਸਾਈਟ ਦੇ ਉੱਤੇ ਜਾ ਕੇ ਆਪਣਾ ਨਾਂ ਪਤਾ ਦਰਜ ਕੀਤਾ ਸੀ, ਇੱਕ ਤਾਂ ਉਹਨਾਂ ਨੂੰ ਮਿਲਣਗੇ, ਤੇ ਦੂਜਾ ਇਹ ਹੈ ਕਿ ਜਿਹਨੇ ਵੀ ਇਹ ਸਮਾਰਟਫੋਨ ਲੈਣਾ ਉਹਨੂੰ ਇੱਕ ਸਵੈ ਘੋਸ਼ਣਾ ਪੱਤਰ ਯਾਨੀ ਕਿ ਐਫੀਡੇਵਿਟ ਲਿਖ ਕੇ ਦੇਣਾ ਪਊਗਾ ਕਿ ਮੇਰੇ ਕੋਲ ਇਸ ਤੋਂ ਪਹਿਲਾਂ ਕੋਈ ਸਮਾਰਟਫੋਨ ਨਹੀਂ ਹੈ। ਸੋ ਇਹ ਇੱਕ ਬਹੁਤ ਵੱਡਾ ਝੂਠ ਹੋਊਗਾ ਜਦੋਂ ਮੈਂ ਜਾਂ ਤੁਸੀਂ ਇੱਕ ਸਵੈ ਘੋਸ਼ਣਾ ਪੱਤਰ ਦੇਵਾਂਗੇ ਕਿ ਸਾਡੇ ਕੋਲ ਸਮਾਰਟਫੋਨ ਨਹੀਂ ਆ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਸਮਾਰਟਫੋਨ ਕਿਹਦੇ ਕੋਲ ਨਹੀਂ ਆ? ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦੇ ਕੋਲੇ ਇਹ ਫੋਨ ਨਹੀਂ, ਪਰ ਜਿਹੜੇ ਲੋਕਾਂ ਦੇ ਕੋਲੇ ਹੈ ਉਹ ਵੀ ਹੁਣ ਲਿਖ ਕੇ ਇਹ ਗੱਲ ਜ਼ਰੂਰ ਦੇਣਗੇ ਕਿ ਸਾਡੇ ਕੋਲੇ ਹੈ ਨਹੀਂ, ਇਸ ਕਰਕੇ ਇਹ ਸਾਨੂੰ ਜ਼ਰੂਰ ਮਿਲੇ। ਪਹਿਲਾਂ ਉਹ ਖਬਰ ਸਾਂਝੀ ਕਰਦੇ ਜਿਹੜੀ ਸਾਡੇ ਤੱਕ ਆਪਣੀ ਹੈ, ਬਾਅਦ ਵਿੱਚ ਕਰਾਂਗੇ ਟਿੱਪਣੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੱਤਾ ਦੇ ਵਿੱਚ ਆਉਣ ਤੋਂ ਤਕਰੀਬਨ 2 ਸਾਲ ਬਾਅਦ ਆਪਣਾ ਵੱਡਾ ਵਾਅਦਾ ਪੂਰਾ ਕਰਨ ਜਾ ਰਹੀ ਹੈ। ਲੰਮੇ ਸਮੇਂ ਤੋਂ ਟਾਲ ਮਟਾਲੇ ਕਰਦੀ ਆ ਰਹੀ ਪੰਜਾਬ ਸਰਕਾਰ ਆਖਰ ਹੁਣ ਨੌਜਵਾਨਾਂ ਨੂੰ ਸਮਾਰਟਫੋਨ ਵੰਡਣ ਜਾ ਰਹੀ ਹੈ। ਲੋਕ ਸਭਾ ਚੋਣਾਂ ਨੇੜੇ ਆਉਂਦੇ ਵੇਖ ਕੇ ਕਾਂਗਰਸ ਸਰਕਾਰ ਨੌਜਵਾਨ ਵੋਟਰਾਂ ਤੋਂ ਇਸ ਸਕੀਮ ਦਾ ਲਾਭ ਉਠਾਉਣ ਦੇ ਰੌਂਅ ਦੇ ਵਿੱਚ ਹੈ। ਬੁੱਧਵਾਰ ਨੂੰ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਕੀਤਾ ਕਿ ਸਮਾਰਟਫੋਨ ਵੰਡਣ ਦੀ ਸ਼ੁਰੂਆਤ ਸਰਕਾਰੀ ਸਕੂਲਾਂ, ਕਾਲਜਾਂ ਤੇ ਹੋਰ ਤਕਨੀਕੀ ਅਦਾਰਿਆਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੋਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਉਹਨਾਂ ਦੇ ਭਾਗ ਜਾਗਣਗੇ ਜੋ ਸਵੈ ਘੋਸ਼ਣਾ ਪੱਤਰ ਦੇਣਗੇ ਕਿ ਸਾਡੇ ਕੋਲ ਕੋਈ ਵੀ ਸਮਾਰਟਫੋਨ ਨਹੀਂ। ਕੈਪਟਨ ਦਾ ਸਮਾਰਟਫੋਨ 12 GB ਡਾਟਾ ਤੇ 600 ਮਿੰਟ ਲੋਕਲ ਵਾਇਸ ਕਾਲਿੰਗ ਦੇ ਸਮੇਤ ਆਵੇਗਾ, ਜਿਸ ਦੀ ਮਿਆਦ 1 ਸਾਲ ਤੱਕ ਦੀ ਹੋਵੇਗੀ ਤੇ ਇਹ ਇੱਕੋ ਵਾਰ ਦਿੱਤੇ ਜਾਣਗੇ। ਯਾਨੀ ਕਿ ਇੱਕ ਵਾਰ ਸਰਕਾਰੀ ਰੀਚਾਰਜ ਖਤਮ ਹੋਣ ਤੋਂ ਬਾਅਦ ਨੌਜਵਾਨਾਂ ਨੂੰ ਆਪਣੇ ਖਰਚੇ ਦੇ ਉੱਤੇ ਸਮਾਰਟਫੋਨ ਚਲਾਉਣੇ ਪੈਣਗੇ। ਇਹਦੇ ਵਿੱਚ ਟੱਚ ਸਕਰੀਨ ਸਮਾਰਟਫੋਨ ਦੇ ਵਿੱਚ ਕੈਮਰਾ ਹੋਏਗਾ ਤੇ ਸੋਸ਼ਲ ਮੀਡੀਆ ਐਪਲੀਕੇਸ਼ਨ ਨੂੰ ਵਰਤਣ ਦੀ ਸਹੂਲਤ ਵੀ ਹੋਵੇਗੀ। ਅਰੁਣਾ ਚੌਧਰੀ ਨੇ ਕਿਹਾ ਕਿ ਸਮਾਰਟਫੋਨ ਦੇਣ ਦੀ ਇਸ ਯੋਜਨਾ ਦਾ ਨਾਂ ਮੋਬਾਈਲ ਫੋਨ ਟੂ ਯੂਥ ਰੱਖਿਆ ਗਿਆ। ਪੰਜਾਬ ਸੂਚਨਾ ਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਇਸ ਪ੍ਰੋਜੈਕਟ ਦੀ ਦੇਖਰੇਖ ਕਰੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਕਿ ਅਸੀਂ ਸਮਾਰਟਫੋਨ ਦੇ ਦੇਣੇ ਆ, ਚਲੋ ਸਮਾਰਟਫੋਨਾਂ ਦਾ ਵਾਅਦਾ ਕੀਤਾ ਸੀ, ਦੇ ਵੀ ਦਿੱਤੇ ਜਾਣ, ਕੋਈ ਫਰਕ ਨਹੀਂ ਪੈਂਦਾ। ਇਹ ਇੱਕ ਮੁੱਦਾ ਸੀ, ਇਹ ਇੱਕ ਵਾਅਦਾ ਸੀ ਜਿਹਦੇ ਪਿੱਛੇ ਕੁਝ ਕੁ ਲੋਕ ਕਿੰਤੂ ਕਰਦੇ ਸੀ, ਪਰ ਲੋਕਾਂ ਦੀ ਆਰਥਿਕਤਾ ਉਵੇਂ ਦੀ ਉਵੇਂ ਰਹਿਣੀ ਆ, ਭਾਵੇਂ ਸਮਾਰਟਫੋਨ 1 ਮਿਲ ਜੇ ਤੇ ਭਾਵੇਂ 4 ਮਿਲ ਜਾਣ। ਜੇਕਰ ਲੋਕ ਇਹਦੀ ਥਾਂ ਦੇ ਉੱਤੇ ਇਸ ਗੱਲ ਤੇ ਜ਼ੋਰ ਦੇਣ ਕਿ ਸਾਡੇ ਹੱਥਾਂ ਤੱਕ ਰੁਜ਼ਗਾਰ ਪਹੁੰਚਦਾ ਕੀਤਾ ਜਾਵੇ, ਸਾਡੇ ਹੱਥਾਂ ਦੇ ਵਿੱਚ ਰੁਜ਼ਗਾਰ ਹੋਏਗਾ, ਸਮਾਰਟਫੋਨ ਅਸੀਂ ਆਪੇ ਹੀ ਲੈ ਲਾਂਗੇ, ਅਸੀਂ ਬਿਜਲੀ ਦੇ ਬਿੱਲ ਦਾ ਪੂਰਾ ਭੁਗਤਾਨ ਕਰਨ ਨੂੰ ਤਿਆਰ ਹਾਂ, ਪਰ ਸਾਨੂੰ ਬਿਜਲੀ ਮਿਲੇ ਜ਼ਰੂਰ। ਅਸੀਂ ਜੇਕਰ ਅਣਖ ਦੇ ਨਾਲ ਜਿਉਈਏ, ਜੇਕਰ ਸਾਡੇ ਅੰਦਰ ਗੈਰਤ ਹੋਵੇ, ਤਾਂ ਮੇਰਾ ਖਿਆਲ ਹੈ ਕਿ ਅਸੀਂ ਇਹਨਾਂ ਲਾਲਚਾਂ ਦੇ ਉੱਤੇ ਨਾ ਡੁੱਲ ਗਏ। ਅਸਲ ਦੇ ਵਿੱਚ ਗੱਲ ਇਹ ਹੈ ਕਿ ਸਰਕਾਰਾਂ, ਰਾਜਨੀਤਿਕ ਲੋਕ, ਸਿਆਸੀ ਪਾਰਟੀਆਂ ਵੋਟਰਾਂ ਦਾ ਭੇਤ ਪਾ ਚੁੱਕੀਆਂ ਕਿ ਇਹ ਲੋਕ ਕਿੰਨੇ ਕੁ ਪਾਣੀ ਦੇ ਵਿੱਚ ਹੈ, ਕਿਹੜੀ ਗੱਲ ਦੇ ਉੱਤੇ ਇਹ ਵਿਰ ਸਕਦੇ ਆ ਤੇ ਕਿਹੜੀ ਗੱਲ ਦੇ ਉੱਤੇ ਇਹ ਕੋਈ ਕਜੀਆ ਖੜਾ ਕਰ ਸਕਦੇ ਆ। ਇਸ ਕਰਕੇ ਜਿਹੜੇ ਲੋਕਾਂ ਨੂੰ ਇਹ ਜਾਪਦਾ ਕਿ ਭਾਈ ਸਮਾਰਟਫੋਨ ਮਿਲਣਗੇ ਤਾਂ ਬੱਲੇ ਬੱਲੇ ਹੋ ਜਾਣੀ ਆ, ਇਹ ਉਹਨਾਂ ਦੀ ਸੋਚ ਹੈ। ਪਰ ਜੇਕਰ ਸੋਚ ਕੇ ਅਸਲ ਅਰਥਾਂ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਕੋਈ ਸ਼ਾਨ ਦੀ ਗੱਲ ਨਹੀਂ,
ਇਹ ਮੇਰਾ ਖਿਆਲ ਆ ਵੀ ਮੰਗਤਿਆਂ ਵਾਲੀ ਗੱਲ ਹੈ। ਸਰਕਾਰ ਸਾਨੂੰ ਇੱਕ ਵਾਰ ਫਿਰ ਚੋਗਾ ਪਾ ਰਹੀ ਹੈ ਵੀ ਕੋਈ ਗੱਲ ਨਹੀਂ, ਤੁਹਾਨੂੰ ਸਮਾਰਟਫੋਨ ਦਿੱਤੇ ਆ 2019 ਦੀਆਂ ਚੋਣਾਂ ਦੇ ਵਿੱਚ, ਤੁਸੀਂ ਸਾਡੇ ਵੱਲ ਆਓ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।